बेटा ਅਸੀਂ डिस्कस करांगे another technique of assessment, that is performance based activity. ठीक है, ਤੇ performance based activity ਨੂੰ ਸਮਝਣ ਦੇ ਲਈ ਕਿ what is performance based activity, there is one slide which you see on your screen. Performance based activity, basically performance based activity ਕੀ ਹੈ, ਜਿਹਦੇ ਵਿੱਚ ਅਸੀਂ ਇੱਕ ਕਹਿ ਸਕਦੇ ਹਾਂ ਕਿ ਸੈਟ ਆਫ ਐਕਟੀਵਿਟੀਜ਼ ਨੇ ਜਿਹਦੇ ਨਾਲ ਅਸੀਂ ਨੌਲੇਜ ਨੂੰ ਲੈ ਸਕਦੇ ਹਾਂ, ਨੌਲੇਜ ਜਿਹੜਾ ਹੈਗਾ ਉਹਨੂੰ ਅਪਲਾਈ ਕਰ ਸਕਦੇ ਹਾਂ, ਬੱਚਿਆਂ ਦੀ ਸਕਿੱਲ ਤੇ ਵਰਕ ਹੈਬਿਟਸ ਜਿਹੜੀਆਂ ਹੈਗੀਆਂ ਥਰੂ देयर ਪਰਫਾਰਮੈਂਸਿਸ ਅਸੀਂ ਜਿਹੜੀ ਹੈਗੀਆਂ ਉਹ ਅਸੀਂ ਅਸੈਸ ਕਰ ਸਕਦੇ ਹਾਂ। ਅਸੀਂ ਜਿਹੜੇ ਹੈਗੇ ਉਹਨਾਂ ਦੇ ਬੇਸਿਸ ਤੇ ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਦੀ ਗ੍ਰੇਡਿੰਗ ਕਰ ਸਕਦੇ ਹਾਂ, ਉਹਨਾਂ ਦੀ ਇਵੈਲੂਏਸ਼ਨ ਕਰ ਸਕਦੇ ਹਾਂ, ਉਹਨਾਂ ਦੀ ਅਸੈਸਮੈਂਟ ਕਰ ਸਕਦੇ ਹਾਂ। ਠੀਕ ਹੈ, ਕਿ ਜਿਹਦੇ ਵਿੱਚ ਬੱਚਿਆਂ ਨੇ ਕੀ ਕਰਨਾ ਹੁੰਦਾ, ਪਰਫਾਰਮ ਕਰਨਾ ਹੁੰਦਾ, ਪਰਫਾਰਮ ਸਮਥਿੰਗ। ਹੁਣ ਉਹ ਪਰਫਾਰਮੈਂਸ ਜਿਹੜੀ ਹੈਗੀ ਆ ਰਿਟਨ ਫਾਰਮ ਦੇ ਵਿੱਚ ਹੋ ਸਕਦੀ ਹੈ। ਉਹ ਪਰਫਾਰਮੈਂਸ ਜਿਹੜੀ ਹੈਗੀ ਆ ਸਟੂਡੈਂਟਸ ਲਾਈਕ ਪਲੇਇੰਗ ਗੇਮ ਇਨ ਦਾ ਪਲੇਗਰਾਊਂਡ ਉੱਥੇ ਹੋ ਸਕਦੀ ਹੈ। ਤੁਹਾਡੀ ਪਰਫਾਰਮੈਂਸ ਜਿਹੜੀ ਹੈਗੀ ਆ ਮਿਊਜ਼ਿਕ ਤੇ ਤੁਸੀਂ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਇੱਕ ਪਲੇਟਫਾਰਮ ਆ ਉੱਥੇ ਤੁਸੀਂ ਗਾਣਾ ਗਾ ਰਹੇ ਹੋ ਜਾਂ ਡਾਂਸ ਕਰ ਰਹੇ ਹੋ, ਜਾਂ ਕੰਪਿਊਟਰ ਤੇ ਪਰਫਾਰਮ ਸਮ ਲਾਈਕ MS ਵਰਡ ਤੇ ਕੁਝ ਜਿਹੜੀ ਹੈਗੀਆਂ ਤੁਸੀਂ ਟਾਈਪਿੰਗ ਜਾਂ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਤੇ ਤੁਸੀਂ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਬਣਾ ਰਹੇ ਹੋ। ਇਸ ਤਰ੍ਹਾਂ ਦੀਆਂ ਸਕਿੱਲਸ ਜਿਹੜੀ ਹੈਗੀਆਂ, ਇਸ ਤਰ੍ਹਾਂ ਦੇ ਜਿਹੜੀ ਹੈਗੀ ਆ ਐਪਲੀਕੇਸ਼ਨ ਆਫ ਨੌਲੇਜ ਜਿਹੜੀ ਹੈਗੀ ਆ ਉਹ ਅਸੀਂ ਥਰੂ ਪਰਫਾਰਮੈਂਸ ਬੇਸਡ ਐਕਟੀਵਿਟੀ ਜਿਹੜੀ ਹੈਗੀਆਂ ਬੱਚਿਆਂ ਦੀ ਚੈੱਕ ਕਰ ਸਕਦੇ ਹਾਂ, ਅਸੈਸ ਕਰ ਸਕਦੇ ਹਾਂ। ਜਿਹੜਾ ਸਾਡਾ ਟ੍ਰੈਡੀਸ਼ਨਲ ਮੈਥਡ ਆਫ ਅਸੈਸਿੰਗ ਹੈ ਕਿ ਅਸੀਂ ਇੱਕ ਫਾਈਨਲ ਐਗਜ਼ਾਮ ਬੱਚੇ ਦਾ ਲੈ ਲੈਂਦੇ ਹਾਂ ਤੇ ਉਹਦੇ ਬੇਸ ਤੇ ਫਿਰ ਅਸੀਂ ਉਹਦੀ ਅਸੈਸਮੈਂਟ ਕਰਦੇ ਹਾਂ, ਉਹ that is not good because where we can check only the theoretical aspect of the students. ਪਰ ਪਰਫਾਰਮੈਂਸ ਬੇਸਡ ਐਕਟੀਵਿਟੀ ਜਿਹੜੀ ਹੈਗੀ ਇੱਕ ਅਲਟਰਨੇਟਿਵ ਮੈਥਡ ਆ ਜਿਹਦੇ ਨਾਲ ਅਸੀਂ ਸਟੂਡੈਂਟ ਦੀ ਅਚੀਵਮੈਂਟ ਜਿਹੜੀ ਹੈਗੀਆਂ ਚੈੱਕ ਕਰ ਸਕਦੇ ਹਾਂ। ਜਿਹੜਾ ਟ੍ਰੈਡੀਸ਼ਨਲ ਟੈਸਟਿੰਗ ਆ ਉਹਦੇ ਵਿੱਚ ਸਮਟਾਈਮ ਤੁਹਾਡੇ ਕੋਲ ਐਸੇ ਟਾਈਪ ਕੁਐਸਚਨਸ ਹੈ ਜਾਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਨੇ ਜਾਂ ਮਲਟੀਪਲ ਚੋਇਸ ਕੁਐਸਚਨਸ ਨੇ, ਤਾਂ ਉਹਦੇ ਬੇਸ ਤੇ ਅਸੀਂ ਜਿਹੜੀ ਹੈਗੀ ਆ ਉਹਨਾਂ ਦੀ ਅਸੈਸਮੈਂਟ ਕਰਦੇ ਹਾਂ। ਪਰ ਪਰਫਾਰਮੈਂਸ ਬੇਸਡ ਐਕਟੀਵਿਟੀ ਦੇ ਵਿੱਚ ਅਸੀਂ ਜੋ ਬੱਚੇ ਡੈਮੋਸਟ੍ਰੇਟ ਕਰਦੇ ਆ, ਡੈਮੋਸਟ੍ਰੇਸ਼ਨ ਆਫ ਨੌਲੇਜ, ਡੈਮੋਸਟ੍ਰੇਸ਼ਨ ਆਫ ਸਕਿੱਲ by involving in the process, ਜਿਹੜਾ ਲਰਨਿੰਗ ਪ੍ਰੋਸੈਸ ਆ, ਲਰਨਿੰਗ ਐਕਟੀਵਿਟੀਜ਼ ਆ, ਉਹਦੇ ਵਿੱਚ ਆਪਣੇ ਆਪ ਨੂੰ ਖੁਦ ਨੂੰ ਮੈਂਟਲੀ ਐਜ਼ ਵੈਲ ਐਜ਼ ਫਿਜ਼ੀਕਲੀ ਦੋਨੋਂ ਤਰ੍ਹਾਂ ਜਿਹੜੇ ਹੈਗੇ ਆ ਉਹਦੇ ਵਿੱਚ ਇਨਵੋਲਵ ਕਰਦੇ ਆ। ਤੇ ਉਹਦੇ ਵਿੱਚ ਉਹਦੇ ਨਾਲ ਅਸੀਂ ਸਟੂਡੈਂਟ ਦੀ ਜਿਹੜੀ ਹੈਗੀ ਆ ਡਿਫਰੈਂਟ ਟਾਈਪ ਆਫ ਸਕਿੱਲਸ like ability to integrate knowledge across discipline, yeah, you can say that contribute to the work of a group or develop a plan of action, etc. ਬਹੁਤ ਸਾਰੀਆਂ ਸਕਿੱਲਸ ਜਿਹੜੀਆਂ ਹੈਗੀਆਂ ਅਸੀਂ ਥਰੂ ਪਰਫਾਰਮੈਂਸ ਬੇਸਡ ਐਕਟੀਵਿਟੀਜ਼ ਜਿਹੜੀ ਹੈਗੀਆਂ ਉਹ ਅਸੈਸ ਕਰ ਸਕਦੇ। ਠੀਕ ਹੈ, ਸੋ this is the performance based activity where the students have to perform something, or by doing something they can show the skills, the knowledge, applications of knowledge, etc. to the teachers or to the evaluator, ਜਿਹਦੇ ਨਾਲ ਟੀਚਰ ਇਵੈਲੂਏਟਰ ਜਿਹੜਾ ਹੈਗਾ ਉਹਨਾਂ ਦੀ ਪਰਫਾਰਮੈਂਸ ਦੇ ਬੇਸ ਤੇ ਉਹਨਾਂ ਨੂੰ ਅਸੈਸ ਕਰ ਸਕਦਾ, ਉਹਨਾਂ ਦੀ ਗ੍ਰੇਡਿੰਗ ਕਰ ਸਕਦਾ, ਉਹਨਾਂ ਨੂੰ ਨੰਬਰ ਅਸਾਈਨ ਕਰ ਸਕਦਾ। ਠੀਕ ਹੈ, ਸੋ ਆਈ ਥਿੰਕ this is clear to everyone what is performance based activity. सर आवाज नहीं आ रही। सारे नु क्लियर हो गया what is performance based activity? से बेसिकली को-करिकुलर एक्टिविटीज में कह सकते हैं? नहीं, this is not related only with the co-curricular activity. In the curricular activity you also have
demonstrate some sort of skills like मैं तो example देता computer skills. Computer is not a co-curricular activity, it is the part of the curricular activity, and you can demonstrate your skill through writing. So writing is also the part of the curricular activity. सर आवाज नहीं आ रही। बिल्कुल नहीं आ रही सर ਵਿੱਚ ਬੰਦ ਹੋ ਜਾਂਦੀ ਹੈ। ਸਰ ਵਿੱਚ ਬਿਲकुल ਹੀ ਬੰਦ ਹੋ ਜਾਂਦੀ ਹੈ, ਫਿਰ ਇੱਕਦਮ ਲਾਊਡ ਹੁੰਦੀ ਹੈ, ਫਿਰ ਸਲੋ ਹੋ ਜਾਂਦੀ ਹੈ। I think there is a network issue. ਹੁਣ ਦੇਖੋ ਹੁਣ ਠੀਕ ਹੈ। ਯੈਸ ਸਰ। ਹਾਂ ਸੋ ਬੇਟਾ ਇਹਦੇ ਵਿੱਚ ਅਸੀਂ ਕਰਿਕੂਲਰ ਐਕਟੀਵਿਟੀਜ਼ ਵੀ ਇਨਕਲੂਡ ਕਰਦੇ ਹਾਂ, ਨਾਟ ਓਨਲੀ ਦਾ co-curricular activities. Okay. Clear? Yes sir. Now further we discuss here. There is a example. एडगर डेल कॉन एक एजुकेशनिस्ट है जिन्होंने ਜਿਹੜੀਆਂ परफॉर्मेंस बेस्ड एक्टिविटी ने या वेयर वी हैव टू डू समथिंग ਉਸ ਨੂੰ ਜਿਹੜਾ ਹੈਗਾ ਇੰਪੋਰਟੈਂਸ ਦਿੱਤੀ ਹੈ। ਉਸਨੇ ਇੱਕ ਜਿਹੜਾ ਹੈਗਾ ਐਡਗਰ ਡੇਲ ਕੌਨ ਆਫ ਐਕਸਪੀਰੀਐਂਸਸ ਜਿਹੜਾ ਹੈਗਾ ਡਿਵੈਲਪ ਕੀਤਾ, ਜਿਹਦੇ ਬੇਸ ਤੇ ਉਹਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਤੁਸੀਂ ਖੁਦ ਲਰਨਿੰਗ ਬਾਈ ਡੂਇੰਗ ਕਰਦੇ ਹੋ, ਲਰਨਿੰਗ ਬਾਈ ਡੂਇੰਗ ਮੀਨਸ ਜਦੋਂ ਤੁਸੀਂ ਕੰਮ ਕਰਦੇ ਹੋਏ ਕੁਝ ਸਿੱਖਦੇ ਹੋ ਜਾਂ ਕੁਝ ਪਰਫਾਰਮ ਕਰਦੇ ਹੋਏ ਤੁਸੀਂ ਲਰਨ ਕਰਦੇ ਹੋ, ਤਾਂ ਉਹਦੇ ਨਾਲ ਜਿਹੜੀ ਹੈਗੀ ਆ ਤੁਹਾਡੀ ਲਰਨਿੰਗ ਜਿਹੜੀ ਹੈਗੀ ਆ ਉਹ ਬੈਟਰ ਹੁੰਦੀ ਹੈ ਐਜ਼ ਕੰਪੇਅਰ ਟੂ ਹੀਅਰ, ਐਜ਼ ਕੰਪੇਅਰ ਟੂ ਰੀਡ ਔਰ ਐਜ਼ ਕੰਪੇਅਰ ਟੂ ਆਬਜ਼ਰਵ ਦਾ ਥਿੰਗਸ। ਜਦੋਂ ਤੁਸੀਂ ਕੋਈ ਚੀਜ਼ ਕਿਸੇ ਤੋਂ ਸੁਣਦੇ ਹੋ ਜਾਂ ਕੁਝ ਰੀਡ ਕਰਦੇ ਹੋ ਜਾਂ ਆਬਜ਼ਰਵ ਕਰਦੇ ਹੋ, ਉਹਦੇ ਕੰਪੈਰੀਜ਼ਨ ਦੇ ਵਿੱਚ ਤੁਹਾਡੀ ਲਰਨਿੰਗ ਬੈਟਰ ਹੁੰਦੀ ਹੈ ਜਦੋਂ ਤੁਸੀਂ ਖੁਦ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਮੈਂਟਲੀ ਐਜ਼ ਵੈਲ ਐਜ਼ ਫਿਜ਼ੀਕਲੀ ਦੋਨੋਂ ਤਰ੍ਹਾਂ ਇਨਵੋਲਵ ਹੁੰਦੇ ਹੋ, ਉਸ ਟਾਸਕ ਨੂੰ ਪਰਫਾਰਮ ਕਰਦਿਆਂ ਹੋਇਆਂ ਤੁਸੀਂ ਲਰਨ ਕਰਦੇ ਹੋ। ਠੀਕ ਹੈ, ਸੋ ਮੈਂ ਤੁਹਾਨੂੰ ਇੱਥੇ ਇੱਕ ਐਡਗਰ ਡੇਲ ਕੌਨ ਜਿਹੜਾ ਲਰਨਿੰਗ ਐਡਗਰ ਡੇਲ ਕੌਨ ਆਫ ਲਰਨਿੰਗ ਜਿਹੜਾ ਹੈਗਾ ਉਹਦੇ ਥਰੂ ਇਹ ਦੱਸਣ ਦੀ ਕੋਸ਼ਿਸ਼ ਕਰਦਾ ਕਿ ਉਹਨੇ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਉਹ ਕੌਨ ਬਣਾਇਆ ਜਿਹਦੇ ਵਿੱਚ ਉਹਨੇ ਇਹ ਡਿਪਿਕਟ ਕੀਤਾ ਕਿ ਰੀਡਿੰਗ ਦੇ ਨਾਲ, ਹੀਅਰਿੰਗ ਦੇ ਨਾਲ, ਦੇਖਣ ਦੇ ਨਾਲ ਜਾਂ ਸੁਣਨ ਤੇ ਵਿਦ ਦੇਖਣ ਦੇ ਨਾਲ ਜਾਂ ਖਾਲੀ ਕਿਸੇ ਦੇ ਬੋਲਣ ਦੇ ਨਾਲ ਜਾਂ ਬੋਲਦੇ ਹੋਇਆ ਤੇ ਕਰਦੇ ਹੋਇਆ ਤੁਸੀਂ ਜਿਹੜੀ ਹੈਗੀ ਆ ਕਿੰਨੀਆਂ ਜਿਹੜੀਆਂ ਹੈਗੀਆਂ ਕਿੰਨੇ ਪਰਸੈਂਟ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਯਾਦ ਰੱਖਦੇ ਹੋ। ਤੇ ਜਿਵੇਂ ਕਿ ਤੁਸੀਂ ਸਲਾਈਡ ਦੇ ਵਿੱਚ ਦੇਖ ਰਹੇ ਹੋ, ਦੇयर इज अ ਕੋਨ ਆਫ ਲਰਨਿੰਗ। ਯੈਸ ਸਰ। ਠੀਕ ਹੈ, ਉਹਦੇ ਵਿੱਚ ਅਗਰ ਜੇ ਤੁਸੀਂ ਸਟਾਰਟਿੰਗ ਦੇ ਵਿੱਚ ਦੇਖੋ ਸਭ ਤੋਂ ਉੱਪਰ ਰੀਡਿੰਗ, ਠੀਕ ਹੈ, ਕਹਿੰਦਾ ਆਫਟਰ 2 ਵੀਕਸ ਇਟ ਟੈਂਡਸ ਟੂ ਰਿਮੈਂਬਰ। 2 ਹਫ਼ਤਿਆਂ ਬਾਅਦ ਜਦੋਂ ਅਸੀਂ ਅਗਰ ਜੇ ਕੋਈ ਚੀਜ਼ ਪੜ੍ਹੀ ਆ ਤਾਂ 2 ਹਫ਼ਤਿਆਂ ਬਾਅਦ ਸਾਨੂੰ 10% ਆਫ ਵਟ ਵੀ ਰੀਡ ਅਸੀਂ ਸਿਰਫ 10% ਖੁਦ ਨੂੰ ਯਾਦ ਰੱਖ ਸਕਦੇ ਹਾਂ। ਠੀਕ ਹੈ, ਸੈਕਿੰਡ ਕਾਲਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਹੀਅਰਿੰਗ ਵਰਡਸ। ਜਦੋਂ ਤੁਸੀਂ ਕੋਈ ਚੀਜ਼ ਕਿਸੇ ਤੋਂ ਸੁਣਦੇ ਹੋ, ਤੁਸੀਂ ਲਿਸਨ ਕੀਤੀ ਹੈ, ਹੀਅਰ ਕੀਤਾ, ਤਾਂ ਉਹਦੇ ਨਾਲ ਤੁਸੀਂ after 2 weeks only 20% of what we are here ਅਸੀਂ ਸਿਰਫ ਉਹਨਾਂ ਉਸ ਚੀਜ਼ ਨੂੰ ਰਿਮੈਂਬਰ ਰੱਖ ਸਕਦੇ ਹਾਂ। ਤਾਂ ਨੈਕਸਟ ਕਾਲਮ here is the seeing, blue one। ਦੇਖਣ ਦੇ ਨਾਲ ਤੁਸੀਂ 30% what we see ਚੀਜ਼ਾਂ ਨੂੰ ਯਾਦ ਰੱਖ ਸਕਦੇ ਹਾਂ after 2 weeks। ਠੀਕ ਹੈ, there is another column orange where watching a movie, looking at an exhibit, watching a demonstration, seeing it is done on location। ਜਦੋਂ ਤੁਸੀਂ ਦੇਖ ਵੀ ਰਹੇ ਹੋ ਤੇ ਨਾਲ ਦੀ ਨਾਲ ਸੁਣ ਵੀ ਰਹੇ ਹੋ। ਠੀਕ ਹੈ, ਮੂਵੀ ਦੇਖ ਰਹੇ ਹੋ, ਕੋਈ ਐਗਜ਼ੀਬਿਸ਼ਨ ਦੇਖ ਰਹੇ ਹੋ ਜਾਂ ਕੋਈ ਡੈਮੋਨਸਟ੍ਰੇਸ਼ਨ ਤੁਸੀਂ ਕਰਦੇ ਹੋ, ਦੇਖ ਰਹੇ ਹੋ ਕੋਈ ਟੀਚਰ ਡੈਮੋਨਸਟ੍ਰੇਟ ਕਰ ਰਿਹਾ ਲਾਈਕ ਫॉर ਐਗਜ਼ਾਮਪਲ ਕਿ ਟੀਚਰ ਜਿਹੜਾ ਹੈਗਾ ਉਹ
ਤੁਹਾਡੇ ਲਈ ਇੱਕ ਤਰ੍ਹਾਂ ਦਾ ਮਾਡਲ ਜਿਹੜਾ ਹੈਗਾ ਵਰਕਿੰਗ ਮਾਡਲ ਪ੍ਰਿਪੇਅਰ ਕਰ ਰਿਹਾ। ਤਾਂ ਹਾਊ ਟੂ ਪ੍ਰਿਪੇਅਰ ਅ ਵਰਕਿੰਗ ਮਾਡਲ ਔਨ ਅ ਪਾਰਟਿਕੂਲਰ ਟੌਪਿਕ। ਜਦੋਂ ਟੀਚਰ ਉਸ ਚੀਜ਼ ਨੂੰ ਡੈਮੋਸਟ੍ਰੇਟ ਕਰ ਰਿਹਾ, ਉਹਦੇ ਨਾਲ ਜਿਹੜੀ ਹੈਗੀ ਆ ਤੁਸੀਂ ਉਸ ਚੀਜ਼ ਨੂੰ ਦੇਖ ਵੀ ਰਹੇ ਹੋ, ਹਾਊ ਟੀਚਰ ਪਰਫਾਰਮ ਦਿਸ ਐਕਟੀਵਿਟੀ, ਐਂਡ also hear what the teacher say or what the teacher explain, and how the teacher explain those activities or performances, or you can say that कि जो skill ਉਹ demonstrate ਕਰ ਰਿਹਾ ਉਹਨੂੰ ਉਹ ਕਿੱਦਾਂ explain ਕਰ ਰਿਹਾ, ਉਹ ਦੋਨੋਂ ਚੀਜ਼ਾਂ ਤੁਸੀਂ ਦੇਖ ਰਹੇ ਹੋ। ਤਾਂ ਉਹਦੇ ਨਾਲ ਤੁਸੀਂ 50% ਤੱਕ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਯਾਦ ਰੱਖ ਸਕਦੇ ਹੋ after 2 weeks. There is another area that is in the red color, participating in a discussion, giving a talk. ਜਦੋਂ ਤੁਸੀਂ ਕਿਸੇ ਡਿਸਕਸ਼ਨ 'ਚ ਪਾਰਟਿਸਿਪੇਟ ਕਰ ਰਹੇ ਹੋ, ਤੁਸੀਂ ਖੁਦ ਜਿਹੜੀ ਹੈਗੀ ਆ ਆਰਗੂ ਕਰ ਰਹੇ ਹੋ, ਦੂਜੇ ਜਿਹੜੇ ਹੈਗੇ ਆ ਤੁਹਾਨੂੰ ਉਹ ਚੀਜ਼ ਜਿਹੜੀ ਹੈਗੀ ਆ ਸਮਝਾ ਰਹੇ ਆ, ਤਾਂ ਉਹਦੇ ਨਾਲ ਡਿਸਕਸ਼ਨ ਦੇ ਨਾਲ ਜਿਹੜੀ ਹੈਗੀ ਆ 70% ਤੱਕ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਯਾਦ ਰੱਖ ਸਕਦੇ ਹੋ after 2 weeks. So there is the last one is doing a dramatic presentation, simulating the real experiences, doing the real thing. ਹੁਣ ਇਹ ਜਿਹੜੀ ਚੀਜ਼ ਹੈਗੀ ਹੈ, ਜਦੋਂ ਤੁਸੀਂ ਖੁਦ ਕਿਸੇ ਉਹਦੇ ਵਿੱਚ ਪ੍ਰੋਜੈਕਟ ਦੇ ਵਿੱਚ ਇਨਵੋਲਵ ਹੋ, ਕਿਸੇ ਟਾਸਕ ਦੇ ਵਿੱਚ ਇਨਵੋਲਵ ਹੋ, ਕੋਈ ਡਰਾਮੈਟਿਕਲ ਜਿਹੜੀ ਹੈਗੀ ਆ ਪ੍ਰੈਜੈਂਟੇਸ਼ਨ ਤੁਸੀਂ ਦੇ ਰਹੇ ਹੋ, ਜਾਂ ਕਿਸੇ ਤਰ੍ਹਾਂ ਦਾ ਕੋਈ ਰੀਅਲ ਐਕਸਪੀਰੀਐਂਸਸ ਲੈ ਰਹੇ ਹੋ ਜਿਹਦੇ ਵਿੱਚ ਤੁਸੀਂ ਬੋਲ ਵੀ ਰਹੇ ਹੋ ਤੇ ਨਾਲ ਦੀ ਨਾਲ ਕਰ ਵੀ ਰਹੇ ਹੋ, ਤਾਂ ਉਹਦੇ ਨਾਲ ਤੁਸੀਂ 90% of what we say or do, ਅਸੀਂ after 2 weeks ਅਸੀਂ 90% ਤੱਕ ਜਿਹੜੀ ਹੈਗੀਆਂ ਚੀਜ਼ਾਂ ਨੂੰ ਯਾਦ ਰੱਖ ਸਕਦੇ ਹਾਂ। ਠੀਕ ਹੈ। ਸੋ ਜਿਹੜਾ ਐਡਗਰ ਡੇਲ ਕੋਨ ਜਿਹੜਾ ਹੈਗਾ, ਜਾਂ ਕੋਨ ਆਫ ਲਰਨਿੰਗ ਜਿਹੜਾ ਹੈਗਾ ਐਡਗਰ ਡੇਲ ਦਾ, ਉਹ ਵੀ ਕੀ ਸ਼ੋ ਕਰ ਰਿਹਾ ਕਿ ਜਦੋਂ ਸਟੂਡੈਂਟਸ ਜਿਹੜੇ ਹੈਗੇ ਆ ਉਹ ਉਸ ਐਕਟੀਵਿਟੀਜ਼ ਦੇ ਵਿੱਚ ਖੁਦ ਇਨਵੋਲਵ ਹੁੰਦੇ ਆ, ਖੁਦ ਉਹਦੇ ਵਿੱਚ ਵਰਕ ਕਰਦੇ ਆ, 100% ਆਪਣੀ ਪਾਰਟਿਸਿਪੇਸ਼ਨ ਕਰਦੇ ਆ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਜਾਂ ਪਾਰਟਿਕੂਲਰ ਟਾਸਕ ਦੇ ਵਿੱਚ, ਤਾਂ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਚੀਜ਼ਾਂ ਨੂੰ ਲਰਨ ਕਰਦੇ ਆ। ਤਾਂ ਉਹਦੇ ਨਾਲ ਅਸੀਂ ਉਹਨਾਂ ਦੀ ਅਸੈਸਮੈਂਟ ਜਿਹੜੀ ਹੈਗੀ ਆ ਜ਼ਿਆਦਾ ਵਧੀਆ ਤਰੀਕੇ ਨਾਲ ਅਸੈਸ ਕਰ ਸਕਦੇ ਆ, ਜਾਂ ਜ਼ਿਆਦਾ ਵਧੀਆ ਤਰੀਕੇ ਨਾਲ ਜੱਜ ਕਰ ਸਕਦੇ ਆ ਕਿ ਉਹ ਉਹਨਾਂ ਦੀ ਜਿਹੜੀ ਸਕਿੱਲ ਹੈ, ਉਹਨਾਂ ਦੀ ਜਿਹੜੀ ਨੌਲੇਜ ਆਫ ਨੌਲੇਜ ਨੂੰ ਅਪਲਾਈ ਕਰਨ ਦੀ ਸਕਿੱਲ ਹੈ, ਉਹ ਕਿੰਨੀ ਜ਼ਿਆਦਾ ਵਧੀਆ ਹੈਗੀ ਹੈ। ਠੀਕ ਹੈ। ਸੋ ਐਡਗਰ ਡੇਲ ਕੋਨ ਜਿਹੜਾ ਹੈਗਾ ਪਰਫਾਰਮੈਂਸ ਬੇਸਡ ਐਕਟੀਵਿਟੀ ਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਇੰਪੋਰਟੈਂਸ ਦਿੰਦਾ ਕਿ ਉਹ ਵੱਧ ਤੋਂ ਵੱਧ ਕਾਲਜਸ ਦੇ ਵਿੱਚ ਜਾਂ ਸਕੂਲ ਦੇ ਵਿੱਚ ਕਰਵਾਈ ਜਾਣੀ ਚਾਹੀਦੀ ਹੈ, ਜਿਹਦੇ ਥਰੂ ਬੱਚਿਆਂ ਨੂੰ ਅਸੈਸ ਕਰਨਾ ਚਾਹੀਦਾ, ਤਾਂ ਕਿ ਅਸੀਂ ਸਟੂਡੈਂਟ ਦੀ ਜਿਹੜੀ ਹੈਗੀ ਆ ਉਹਦੀ ਪਰਸਨੈਲਿਟੀ ਦੀ ਜਿਹੜੀ ਅਸੈਸਮੈਂਟ ਆ ਉਹ ਸਹੀ ਤਰੀਕੇ ਨਾਲ ਕਰ ਸਕੀਏ। ਠੀਕ ਹੈ। I think everyone understand it. Yes, sir. ਯੈਸ ਸਰ। ਹਾਂ ਓਕੇ। ਤਾਂ ਨੈਕਸਟ ਜਿਹੜੇ ਐਡਗਰ ਡੇਲ ਦਾ ਸੀਗਾ ਆਪਾਂ ਕੋਨ ਕੀਤੀ ਪਹਿਲਾਂ, ਉਹਦੇ ਵਿੱਚ 10 ਪੁਆਇੰਟ ਸੀਗੇ, ਤੇ ਉਹਦਾ ਇੱਕ ਸਬ ਪੁਆਇੰਟ ਵੇ ਜਿਹੜਾ ਆਪਾਂ ਹੁਣ ਐਕਸਪਲੇਨ ਕੀਤਾ। ਐਡਗਰ ਡੇਲ ਕੋਨ ਬੇਟਾ ਇਹ ਦਿਸ ਇਜ਼ ਐਕਚੁਅਲੀ ਤੁਸੀਂ ਉਹ ਸੋਸ਼ਲ ਸਟੱਡੀ ਦੇ ਵਿੱਚ ਕੀਤਾ ਸੀ ਨਾ? ਹਾਂਜੀ ਸਰ। ਹਾਂ, ਉਹ ਸੋਸ਼ਲ ਸਟੱਡੀ ਵਿੱਚ ਤੁਸੀਂ ਕੀਤਾ ਸੀ, ਉਹ ਉਹਨੇ ਜਿਹੜੇ ਹੈਗੇ ਆ ਉਹ ਦਿੱਤੇ ਸੀਗੇ ਕਿ ਲਰਨਿੰਗ ਐਕਸਪੀਰੀਐਂਸਿਸ ਜਾਂ ਟੀਚਿੰਗ ਏਡਸ ਜਦੋਂ ਅਸੀਂ ਯੂਜ਼ ਕਰਦੇ ਹਾਂ। ਠੀਕ ਹੈ। ਉਸ ਤੋਂ ਬਾਅਦ ਇੱਕ ਕੋਨ ਆਫ ਲਰਨਿੰਗ ਇਹ ਵੀ ਸੀਗਾ ਕਿ ਉਹਦੇ ਵਿੱਚ ਇਹ ਦੱਸਿਆ ਸੀਗਾ ਕਿ ਜਦੋਂ ਤੁਸੀਂ ਚੀਜ਼ਾਂ ਨੂੰ ਰੀਡ ਕਰਦੇ ਹੋ, ਹੀਅਰ ਕਰਦੇ ਹੋ, ਜਾਂ ਓਨਲੀ ਦੇਖਦੇ ਹੋ, ਜਾਂ ਦੇਖਦੇ ਹੋ ਨਾਲ ਸੁਣਦੇ ਹੋ, ਜਾਂ ਬੋਲਦੇ ਹੋ, ਜਾਂ ਡਿਸਕਸ਼ਨ ਕਰਦੇ ਹੋ, ਜਾਂ ਬੋਲਦੇ ਹੋ ਤੇ ਕਰਦੇ ਹੋ, ਤਾਂ ਉਹਦੇ ਨਾਲ ਤੁਸੀਂ ਜਿਹੜੀ ਹੈਗੀ ਆ ਕਿੰਨੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਿਸ ਤਰ੍ਹਾਂ ਦੀ ਕਿੰਨੇ ਪਰਸੈਂਟ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਯਾਦ ਰੱਖ ਸਕਦੇ ਹੋ, ਇਹ ਡਿਪਿਕਟ ਕਰ ਰਿਹਾ ਹੈ। ਠੀਕ ਹੈ ਸਰ। ਠੀਕ ਹੈ। ਸੋ ਇਹਦੇ ਵਿੱਚ ਨੈਕਸਟ ਅਸੀਂ ਜੋ ਇਹਦੇ ਵਿੱਚ ਡਿਸਕਸ ਕਰਾਂਗੇ ਦੈਟ ਇਜ਼ ਦਾ ਐਗਜ਼ਾਮਪਲ ਆਫ ਪਰਫਾਰਮੈਂਸ ਬੇਸਡ ਐਕਟੀਵਿਟੀ। ਉਹ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਕਿਹੜੀਆਂ ਅਸੀਂ ਲੈ ਸਕਦੇ ਹਾਂ, ਉਹਦੇ ਐਗਜ਼ਾਮਪਲਸ ਕੀ ਨੇ। ਜਿਵੇਂ ਫਸਟ ਜਿਹੜੀ ਹੈਗੀ ਆ ਦੈਟ ਇਜ਼ ਗਰੁੱਪ ਪ੍ਰੋਜੈਕਟਸ। ਇਹਦੇ ਵਿੱਚ ਅਸੀਂ ਗਰੁੱਪ ਪ੍ਰੋਜੈਕਟਸ ਲੈ ਸਕਦੇ ਹਾਂ ਜਿਹਦੇ ਵਿੱਚ ਸਟੂਡੈਂਟਸ ਜਿਹੜੇ ਹੈਗੇ ਆ ਉਹ ਇਕੱਠੇ ਮਿਲ ਕੇ ਕੰਮ ਕਰ ਸਕਦੇ ਆ ਕਿਸੇ ਕੰਪਲੈਕਸ ਪ੍ਰੋਬਲਮ ਤੇ, ਜਿਹਦੇ ਲਈ ਸਾਨੂੰ ਪਲਾਨਿੰਗ ਦੀ ਜ਼ਰੂਰਤ ਹੈ, ਰਿਸਰਚ ਦੀ ਜ਼ਰੂਰਤ ਹੈ, ਇੰਟਰਨਲ ਡਿਸਕਸ਼ਨ ਦੀ ਜ਼ਰੂਰਤ ਹੈ,
ਤੇ ਗਰੁੱਪ ਪ੍ਰੈਜੈਂਟੇਸ਼ਨ ਦੀ ਜ਼ਰੂਰਤ ਹੈ, ਤੇ ਇਹ ਵੀ ਇੱਕ ਪਰਫਾਰਮੈਂਸ ਬੇਸਡ ਐਕਟੀਵਿਟੀ ਦੇ ਵਿੱਚ ਜਿਹੜਾ ਹੈਗਾ ਅਸੀਂ ਇਨਕਲੂਡ ਕਰ ਸਕਦੇ ਹਾਂ। ਐਸੇ ਜਿਵੇਂ ਕਿ ਪਹਿਲੇ ਦਿਸ਼ਾ ਨੇ ਕਿਹਾ ਕਿ ਇਹ ਸਿਰਫ ਓਨਲੀ ਕੋ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਹੋ ਸਕਦਾ, ਨਹੀਂ ਐਸੇ ਜਿਹੜੀ ਹੈਗੀ ਆ ਉਹਦੇ ਥਰੂ ਵੀ ਅਸੀਂ ਸਟੂਡੈਂਟਸ ਨੂੰ ਅਸੈਸ ਕਰ ਸਕਦੇ ਹਾਂ ਕਿ ਉਹ ਕਿੰਨਾ ਕੁ ਅੰਡਰਸਟੈਂਡ ਕਰਦੇ ਆ ਇੱਕ ਪਾਰਟਿਕੂਲਰ ਕਨਸੈਪਟ ਨੂੰ ਜਾਂ ਪਾਰਟਿਕੂਲਰ ਸਬਜੈਕਟ ਨੂੰ, ਉਹ ਕਿੰਨਾ ਰਿਟਨ ਡਿਸਕ੍ਰਿਪਸ਼ਨ ਦੇ ਥਰੂ, ਐਨਾਲਿਸਿਸ ਦੇ ਥਰੂ, ਐਕਸਪਲੇਨੇਸ਼ਨ ਦੇ ਥਰੂ ਐਂਡ ਸਮਰੀ ਦੇ ਥਰੂ। ਸੋ ਐਸੇ ਜਿਹੜਾ ਹੈਗਾ that is also included in the performance based activities। ਐਕਸਪੈਰੀਮੈਂਟ ਦੇ ਨਾਲ ਵੀ ਅਸੀਂ ਜਿਹੜੀ ਹੈਗੀ ਆ ਸਟੂਡੈਂਟਸ ਦੀ ਨੌਲੇਜ, ਸਟੂਡੈਂਟ ਦੀ ਸਕਿੱਲ, ਉਹਦਾ ਜਿਹੜਾ ਹੈਗਾ ਸਾਇੰਟੀਫਿਕ ਕਨਸੈਪਟ ਜਾਂ ਉਹਦੀ ਜਿਹੜੀ ਹੈਗੀ ਆ ਸਾਇੰਟੀਫਿਕ ਪ੍ਰੋਸੈਸ ਜਾਂ ਸਾਇੰਟੀਫਿਕ ਐਟੀਟਿਊਡ, ਕੈਰੀ ਆਊਟ ਸਾਇੰਟੀਫਿਕ ਪ੍ਰੋਸੈਸਿਸ, ਇਸ ਤਰ੍ਹਾਂ ਦਾ ਨੌਲੇਜ ਜਿਹੜਾ ਹੈਗਾ, ਇਸ ਤਰ੍ਹਾਂ ਦੀਆਂ ਸਕਿੱਲਸ ਜਿਹੜੀਆਂ ਹੈਗੀਆਂ ਉਹ ਅਸੀਂ ਉਹਦੇ ਨਾਲ ਜਿਹੜਾ ਹੈਗਾ ਉਹਨੂੰ ਅਸੈਸ ਕਰ ਸਕਦੇ ਹਾਂ। So experiment also included in performance based activity। Demonstration ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਕਿਹਾ ਟੀਚਰਸ ਦਾ ਦੱਸਿਆ ਕਿ ਟੀਚਰ ਅਗਰ ਜੇ ਕੋਈ ਵਰਕਿੰਗ ਮਾਡਲ ਜਾਂ ਅਦਰ ਸਮਥਿੰਗ ਕੁਝ ਹੋਰ ਤੁਹਾਡੇ ਸਾਹਮਣੇ ਡੈਮੋਸਟ੍ਰੇਟ ਕਰ ਰਿਹਾ ਤਾਂ ਉਹ ਵੀ ਜਿਹੜਾ ਹੈਗਾ ਪਰਫਾਰਮੈਂਸ ਬੇਸਡ ਐਕਟੀਵਿਟੀ ਹੈ। ਸਟੂਡੈਂਟਸ ਆਲਸੋ ਜਿਹੜਾ ਹੈਗਾ ਉਹਦੇ ਵਿੱਚ ਡੈਮੋਸਟ੍ਰੇਸ਼ਨ ਕਰ ਸਕਦੇ ਆ ਆਪਣੇ ਸਬਜੈਕਟ ਏਰੀਆ ਦੇ ਵਿੱਚ, ਠੀਕ ਹੈ, ਟੂ ਸ਼ੋ देयर ਮਾਸਟਰੀ ਓਵਰ ਦਾ ਸਬਜੈਕਟ ਏਰੀਆ ਕੰਟੈਂਟ ਔਰ ਪ੍ਰੋਸੀਜਰਸ। ਤੇ ਲਾਸਟ ਐਗਜ਼ਾਮਪਲਸ ਤੁਸੀਂ ਲੈ ਸਕਦੇ ਹੋ ਪੋਰਟਫੋਲੀਓ, ਕਿਉਂਕਿ ਪੋਰਟਫੋਲੀਓ ਜਿਹੜਾ ਹੈਗਾ ਇੱਕ ਸਟੂਡੈਂਟਸ ਦਾ ਬ੍ਰੌਡ ਪੋਰਟਰੇਟ ਹੁੰਦਾ ਆਫ देयर ਪਰਫਾਰਮੈਂਸ ਜਾਂ ਆਫ देयर ਵਰਕ ਜਿਹੜਾ ਕਿ ਇੱਕ ਸੈਸ਼ਨ ਦੇ ਵਿੱਚ ਤੁਸੀਂ ਕੀਤਾ ਹੁੰਦਾ, ਤੇ ਉਹ ਪੋਰਟਫੋਲੀਓ ਦੇ ਵਿੱਚ ਜਿਹੜੀ ਹੈਗੀ ਕਲੈਕਸ਼ਨ ਆਫ ਵਰਕ ਹੁੰਦਾ ਸਟੂਡੈਂਟਸ ਦਾ, ਜਿਹੜਾ ਕਿ ਸਟੂਡੈਂਟਸ ਨੇ ਓਵਰ ਪੀਰੀਅਡ ਆਫ ਟਾਈਮ ਜਾਂ ਡਿਊਰਿੰਗ ਇਹ ਸੈਸ਼ਨ ਜਿਹੜਾ ਹੈਗਾ ਉਹਨੂੰ ਉਹਦੀ ਕਲੈਕਸ਼ਨ ਕੀਤੀ ਹੁੰਦੀ ਹੈ। ਤਾਂ ਉਸ ਪੋਰਟਫੋਲੀਓ ਦੇ ਥਰੂ ਵੀ ਜਿਹੜਾ ਹੈਗਾ ਅਸੀਂ ਸਟੂਡੈਂਟਸ ਦੀ ਅਸੈਸਮੈਂਟ ਕਰ ਸਕਦੇ ਹਾਂ। ਸੋ that also included in the performance based activity। ਓਕੇ, ਕਲੀਅਰ ਹੈ ਸਾਰਿਆਂ ਨੂੰ? ਹਾਂਜੀ ਸਰ, ਹਾਂਜੀ ਸਰ। ਹਾਂ, ਸੋ ਸਰ ਜਿਹੜਾ ਫੋਰਥ ਰੇਸ ਹੈ ਇਹ ਬੇਸਿਕਲੀ ਕੰਕਲੂਜਨ ਹੀ ਦੱਸਦਾ ਕਿ ਪਰਫਾਰਮੈਂਸ ਬੇਸਡ ਐਕਟੀਵਿਟੀਜ਼ ਦਾ। ਕਿਹੜਾ ਬੇਟਾ? ਕੰਕਲੂਜਨ ਜਿਹੜਾ ਆਪਾਂ ਲਾਸਟ ਪੁਆਇੰਟ ਕੀਤਾ ਐਗਜ਼ਾਮਪਲ ਦਾ, ਉਹ ਬੇਸਿਕਲੀ ਕੰਕਲੂਡਿੰਗ ਪੁਆਇੰਟ ਨਹੀਂਗਾ ਕਿ ਆਪਾਂ ਪਰਫਾਰਮੈਂਸ ਬੇਸਡ ਐਕਟੀਵਿਟੀਜ਼ ਨੂੰ ਪੋਰਟਫੋਲੀਓਜ਼ ਦੇ ਵਿੱਚ ਸਭ ਕੁਝ ਦੇਖ ਸਕਦੇ, ਮਤਲਬ ਜਿਹੜੀਆਂ ਵੀ ਐਕਟੀਵਿਟੀਜ਼ ਇਹ ਪੁਆਇੰਟਸ ਇੰਕਲੂਡ ਹੁੰਦੀਆਂ ਉਹ ਪਰਫਾਰਮੈਂਸ ਬੇਸਡ ਐਕਟੀਵਿਟੀਜ਼। ਦੇਖੋ ਇਹਦੇ ਵਿੱਚ ਕੀ ਹੈਗਾ ਕਿ ਇਹ ਪੋਰਟਫੋਲੀਓ ਜਿਹੜਾ ਹੈਗਾ ਨਾ, ਜਦੋਂ ਅਸੀਂ ਸਟੂਡੈਂਟਸ ਨੂੰ ਇਹ ਕਹਾਂਗੇ ਕਿ ਯੂ ਹੈਵ ਟੂ ਪ੍ਰਿਪੇਅਰ ਯੋਰ ਪੋਰਟਫੋਲੀਓ, ਹੈ ਨਾ, ਤੇ ਸਟੂਡੈਂਟਸ ਜਦੋਂ ਕੋਈ ਵੀ ਵਰਕ ਕਰਨਗੇ ਤਾਂ ਉਹਦੇ ਵਿੱਚ ਚਾਹੇ ਉਹ ਕਰਿਕੂਲਰ ਵਰਕ ਆ ਉਹਨਾਂ ਦਾ, ਚਾਹੇ ਉਹ ਕੋ ਕਰਿਕੂਲਰ ਵਰਕ ਆ, ਚਾਹੇ ਉਹ ਉਹਨਾਂ ਦੀ ਜਿਹੜੀ ਹੈਗੀ ਆ ਪ੍ਰੋਜੈਕਟ ਵਰਕ ਹੈ, ਚਾਹੇ ਉਹਨਾਂ ਦਾ ਕੋਈ ਪ੍ਰੈਕਟੀਕਲ ਵਰਕ ਆ, ਉਸ ਸਾਰੇ ਨੂੰ ਜਿਹੜੀ ਹੈਗੀ ਆ ਉਹ ਆਪਣੀ ਪਰਫਾਰਮੈਂਸ ਜਿਹੜੀ ਹੈਗੀ ਆ ਉਹ ਇੱਕ ਉਹਦੇ ਵਿੱਚ ਜਿਹੜੀ ਹੈਗੀ ਆ ਕਲੈਕਸ਼ਨ ਕਰਨਗੇ, ਉਹਨਾਂ ਦੀ ਅਸੈਂਬਲ ਕਰਨਗੇ, ਠੀਕ ਹੈ। ਤਾਂ from on the basis of those performances we can assess the students। clear? ਓਕੇ ਸਰ। okay sir port means ਸਰ file ਪ੍ਰੋਬਲਮ ਫੇਰ ਆ ਰਹੀ ਹੈ ਜੀ। ਹਾਂਜੀ ਬੇਟਾ ਬੋਲੋ। portfolios means file ਨੂੰ ਕਹਿੰਦੇ ਆ ਜਿੰਦੇ ਵਿੱਚ ਸਟੂਡੈਂਟਸ ਨੇ ਵਰਕ ਕੀਤਾ। ਉਹ ਬੇਟਾ ਨੋ ਬੇਟਾ ਫਾਈਲ ਨਹੀਂ, ਪੋਰਟਫੋਲੀਓ ਜਿਹੜਾ ਹੈਗਾ ਮੈਨੂੰ ਲੱਗਦਾ ਨਹੀਂ ਤੁਸੀਂ ਪੜ੍ਹਦੇ ਹੋ। ਪੜ੍ਹਦੇ ਮੀਨਸ ਕਿ ਤੁਸੀਂ, ਮੈਂ ਗੂਗਲ ਕਲਾਸਰੂਮ ਦੇ ਵਿੱਚ ਵੀ ਇਹ ਸ਼ਾਇਦ ਸ਼ੇਅਰ ਕੀਤਾ ਸੀਗਾ, ਯੂਜ਼ਿੰਗ ਪੋਰਟਫੋਲੀਓ ਐਜ਼ ਐਨ ਅਸੈਸਮੈਂਟ ਟੂਲ। ਪਰ ਜੇ ਤੁਸੀਂ ਇਹ ਕੁਐਸਚਨ ਪੁੱਛ ਰਹੇ ਹੋ, ਇਟ ਮੀਨਸ you never study the portfolio through Google Classroom। portfolio basically ਕੀ ਹੈ, collection of work of the students throughout a session, ਚਾਹੇ ਉਹ curricular work ਹੈ, ਚਾਹੇ ਉਹ co-curricular work ਹੈ, ਉਹਦੇ ਵਿੱਚ ਪ੍ਰੋਜੈਕਟ ਹੈ, ਕੋਈ ਪ੍ਰੈਕਟੀਕਲ ਹੈ, ਕੋਈ ਉਹਨਾਂ ਦਾ ਕਲਾਸ ਟੈਸਟ ਹੈ ਜਾਂ ਸਮਥਿੰਗ ਐਨੀਥਿੰਗ, ਮਤਲਬ ਜੋ ਕੁਝ ਵੀ ਉਹਨੇ ਇੱਕ ਥਰੂ ਆਊਟ ਦਾ ਸੈਸ਼ਨ ਉਹਨੇ ਵਰਕ ਕੀਤਾ, ਜਿਹਦੇ ਵਿੱਚ ਉਹ ਦੱਸ ਸਕਦਾ ਕਿ ਹਾਂ ਮੈਂ ਇਹ ਕੰਮ ਕੀਤਾ ਤੇ ਮੈਂ ਇੰਨੇ ਵਧੀਆ ਤਰੀਕੇ ਨਾਲ ਕੀਤਾ, ਆਹ ਚੀਜ਼ਾਂ ਕੀਤੀਆਂ ਨੇ ਥਰੂ ਆਊਟ ਦਾ ਸੈਸ਼ਨ, ਤੇ ਮੇਰੀ ਇਸ ਪਾਰਟਿਕੂਲਰ ਏਰੀਆ ਦੇ ਵਿੱਚ ਸਪੈਸ਼ਲਾਈਜੇਸ਼ਨ ਹੈ, ਉਹਨੂੰ ਆਪਾਂ ਪੋਰਟਫੋਲੀਓ ਕਹਿੰਦੇ ਹਾਂ। ਠੀਕ ਹੈ ਸਰ। ਓਕੇ, ਹਾਂਜੀ। ਹਾਂ,
this is all about the performance based activity. So performance based activity ਨੂੰ ਵੀ ਅਸੀਂ ਜਿਹੜੀ ਹੈਗੀ ਆ ਇੱਕ ਅਸੈਸਮੈਂਟ ਦੀ ਤਰ੍ਹਾਂ ਜਿਹੜੀ ਹੈਗੀ ਆ ਅਸੈਸਮੈਂਟ ਦੇ ਟੂਲ ਦੀ ਤਰ੍ਹਾਂ ਜਿਹੜੀ ਹੈਗੀ ਆ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। So